ਤੁਸੀਂ ਦੇਖ ਰਹੇ ਹੋ ਜੀ ਪ੍ਰਾਈਮ ਏਸ਼ੀਆ ਟੀਵੀ। ਮੈਂ ਹਾਂ ਗੁਰਪ੍ਰੀਤ ਸੰਧਾਵਾਲੀਆ ਤੇ ਇਸ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ 'ਚ ਤੁਹਾਡਾ ਸਾਰਿਆਂ ਦਾ ਸਵਾਗਤ। ਇਸ ਵਕਤ ਦੀਆਂ ਖਬਰਾਂ ਦੇ ਉੱਪਰ ਆਪਾਂ ਚਰਚਾ ਕਰਾਂਗੇ ਪੰਨੂ ਸਾਹਿਬ ਨਾਲ। ਇੱਕ ਤਾਂ ਕਰੋਨੇ ਦਾ ਜਿਹੜਾ ਹਲਕਾ ਫੁਲਕਾ ਜਿਹਾ ਰੌਲਾ ਹੈ ਉਹ ਕੀ ਕਹਾਣੀ ਆ, ਤੇ ਉਸ ਤੋਂ ਬਾਅਦ ਇਹ ਜਿਹੜੀ ਕਰੋਨੇ ਦਾ ਕਰਕੇ ਇੱਧਰ ਉੱਧਰ ਲੁੱਟ-ਖੋਹ ਹੋਈ ਆ, ਕਿਸ ਤਰ੍ਹਾਂ ਦੀ ਹੋਈ ਆ, ਉਹਦਾ ਜ਼ਿਕਰ ਕਿੱਥੋਂ ਤੱਕ ਪਹੁੰਚ ਗਿਆ, ਉਹਦਾ ਜ਼ਿਕਰ ਵੀ ਕਰਾਂਗੇ। ਕੁਝ ਖਬਰਾਂ ਇਸ ਤੋਂ ਇਲਾਵਾ ਹੋਰ ਨੇ। ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਪੰਨੂ ਸਾਹਿਬ। ਇੱਕ ਤਾਂ ਜਿਹੜਾ ਇਸ ਵਕਤ ਚਰਚਾ ਦਾ ਵਿਸ਼ਾ ਹੈ ਚੀਜ਼ ਉਹ ਇਹ ਆ ਕਿ ਵੀ ਜਿਹੜਾ ਕਰੋਨਾ ਹੈ ਉਹਦੀ ਸੈਕੰਡ ਵੇਵ ਆ ਗਈ, ਪਰ ਸੈਕੰਡ ਵੇਵ ਦੇ ਵਿੱਚ ਵੀ ਅਜੇ ਜੱਕੋ ਤੱਕਿਆਂ 'ਚ ਨੇ ਬਹੁਤ ਸਾਰੇ ਸੂਬੇ, ਹਾਲਾਂਕਿ ਜਿਨ੍ਹਾਂ ਦੇ ਵਿੱਚ ਇਸ ਚੀਜ਼ ਦੀ ਭਰਮਾਰ ਵੀ ਆ, ਦੁਬਾਰਾ ਕੇਸ ਵੀ ਆਉਣ ਲੱਗ ਪਿਆ। ਕੋਈ ਕਹਿੰਦਾ 8 ਕੁ ਦਿਨਾਂ ਤੱਕ ਸੋਚਾਂਗੇ, ਕੋਈ ਕਹਿੰਦਾ 10 ਕੁ ਦਿਨਾਂ ਤੱਕ ਸੋਚਾਂਗੇ, ਕੋਈ ਕਹਿੰਦਾ ਨਹੀਂ ਸਾਡਾ ਕੋਈ ਲੋਕਡਾਊਨ ਦਾ ਵਿਚਾਰ ਨਹੀਂ। ਇਹ ਅਜੇ ਜੋ ਕਹਿ ਲਓ ਕਿ ਵੀ ਨਹੀਂ ਉਹ ਮਨ ਬਣਾ ਪਾ ਰਹੇ, ਇਹਨੂੰ ਕਿਵੇਂ ਦੇਖਦੇ ਹੋ ਜੀ? ਦੇਖੋ, ਮਨ ਬਣਾਉਣ ਜਾਂ ਨਾ ਬਣਾਉਣ, ਅੱਜ ਸੁਪਰੀਮ ਕੋਰਟ ਨੇ ਦਿੱਲੀ ਸਰਕਾਰ ਦੀ ਵੀ ਕਾਫੀ ਖਿਚਾਈ ਕੀਤੀ ਜੀ। ਉਹ ਕੱਲੀ ਦਿੱਲੀ ਸਰਕਾਰ ਦੀ ਨਾ ਸਮਝੀਏ, ਸਮੁੱਚੇ ਤੌਰ ਤੇ ਸਿਸਟਮ ਦੀ ਖਿਚਾਈ ਹੈ ਕਿ ਤੁਸੀਂ ਅਜੇ ਤੱਕ ਕੁਝ ਕਰ ਨਹੀਂ ਸਕੇ। ਕਰੋਨਾ ਵਾਇਰਸ ਦੀ ਵੈਕਸੀਨ ਜਿਹੜੀ ਆ ਉਹ ਕਦੋਂ ਬਣਨੀ ਕਦੋਂ ਨਹੀਂ, ਇਹ ਜਿਹੜਾ ਹੁਣ ਤੱਕ ਰਿਪੋਰਟਾਂ ਨੇ ਕਿ ਆਕਸਫੋਰਡ ਤੇ ਸੀਰਮ ਇੰਸਟੀਚਿਊਟ ਵਾਲੇ ਤਿਆਰ ਆ, ਅਜੇ ਦੇਣੀ ਤਾਂ ਸ਼ੁਰੂ ਕੀਤੀ ਨਹੀਂ, ਟਰਾਇਲ ਹੀ ਚੱਲੀ ਜਾਂਦੇ, ਇੱਕ ਪਿੱਛੋਂ ਦੂਜਾ ਤੀਜਾ ਜੀ। ਅਜੇ ਤੱਕ ਸਾਰਿਆਂ ਤੋਂ ਅੱਗੇ ਇਹੋ ਲੰਘਦੀ। ਸਪੂਤਨਿਕ ਵੀ ਜਿਹੜੀ ਉਹਨਾਂ ਨੇ ਰੂਸ ਵਾਲਾ ਬਣਾਈ ਆ ਉਹ ਭਾਰਤ ਵਿੱਚ ਆ ਗਈ ਆ, ਪਰ ਅਜੇ ਉਹਦੇ ਨਤੀਜੇ ਸਾਹਮਣੇ ਨਹੀਂ ਆ ਰਹੇ ਜੀ। ਜਿਹੜੀ ਅਮਰੀਕਾ ਦੇ ਫਾਈਜ਼ਰ ਵਾਲਿਆਂ ਨੇ ਬਣਾਈ ਆ, ਫਾਈਜ਼ਰ ਵਾਲਿਆਂ ਦੀ ਜਿਹੜੀ ਉਹ ਵੀ ਅਜੇ ਤੱਕ ਕਿਸੇ ਤਣ ਪੱਤਰ ਨਹੀਂ ਲੱਗੀ। ਜਿੰਨਾ ਚਿਰ ਤੱਕ ਦਵਾਈ ਨਾ ਬਣ ਜੇ ਉਹਨਾਂ ਚਿਰ ਤੱਕ ਦੋ ਚੀਜ਼ਾਂ ਹੁੰਦੀਆਂ। ਇੱਕ ਤਾਂ ਇਹ ਕਿ ਓੜ ਪੋੜ ਕਰੋ, ਜਿਹੜੇ ਪਿੰਡਾਂ 'ਚ ਹੁੰਦਾ ਸੀ ਮਾੜਾ ਮੋਟਾ ਆ ਹਿੰਗ ਫਟਕੜੀ ਇਹ ਚੀਜ਼ਾਂ ਵਰਤਣੀਆਂ ਸ਼ੁਰੂ ਕਰ ਦਿਓ ਜੀ, ਹਲਦੀ ਵੱਧ ਵਰਤ ਲਓ, ਤੱਤਾ ਪਾਣੀ ਪੀਓ। ਦੂਸਰਾ ਫਿਰ ਇਹ ਹੁੰਦਾ ਕਿ ਬਚਾਅ ਰੱਖੋ, ਪਰਹੇਜ਼ ਰੱਖੋ। ਹੁਣ ਦਿੱਲੀ ਦੇ ਵਿੱਚ ਅੱਜ ਇੱਕ ਮਾਰਕੀਟ ਦੇ ਉੱਤੇ ਇੱਕਦਮ ਪਾਬੰਦੀ ਲਾਉਣੀ ਪਈ ਆ, ਕਿਉਂਕਿ ਆਖਿਆ ਵੀ ਲੋਕ ਮੰਨਦੇ ਨਹੀਂ। ਜਿੰਨਾ ਮਰਜ਼ੀ ਰੌਲਾ ਪਾਈ ਜਾਓ, ਲੋਕੀ ਪਰਵਾਹ ਨਹੀਂ ਕਰਦੇ। ਸਾਡੇ ਲੋਕਾਂ ਨੇ ਤਾਂ ਇੱਥੇ ਭਾਰਤ ਵਿੱਚ, ਪੰਜਾਬ ਵਿੱਚ, ਦਿੱਲੀ ਵਿੱਚ ਪਰਵਾਹ ਕੀ ਕਰਨੀ ਹੈ। ਇਹ ਲੋਕ ਤਾਂ ਅਮਰੀਕਾ ਕੈਨੇਡਾ 'ਚ ਜਾ ਕੇ ਵੀ ਸੁਧਰਨ ਨੂੰ ਤਿਆਰ ਨਹੀਂ ਜੀ। ਜਿਹੜੀਆਂ ਰਿਪੋਰਟਾਂ ਨੇ ਕਿ ਉੱਥੇ ਸਰਕਾਰ ਦਾ ਕਾਨੂੰਨ ਜਿਹੜਾ ਗੋਰੇ ਉਹਦੀ ਉਲੰਘਣਾ ਨਹੀਂ ਕਰਦੇ। ਸਾਡੇ ਵਾਲਿਆਂ ਨੇ ਆਪਣੇ ਮੈਰਿਜ ਪੈਲਸਾਂ ਦੇ ਵਿੱਚ ਪਾਰਟੀਸ਼ਨ ਕਰਕੇ, ਇੰਗਲੈਂਡ ਵਿੱਚ ਵੀ ਤੇ ਕੈਨੇਡਾ 'ਚ ਵੀ, ਇਹ ਆਖਿਆ ਜੇ ਸਰਕਾਰ ਨੇ ਆਖਿਆ 100 ਬੰਦੇ ਆਉਣੇ ਆ, ਤੁਸੀਂ ਲੈ ਆਓ, 200 ਵਿਚਾਲੇ ਪਾਰਟੀਸ਼ਨ ਕਰ ਦਿਆਂਗੇ। ਉੱਦਾਂ ਤੁਸੀਂ ਪਾਰਟੀ ਕਰੀ ਜਾਓ। ਜੇ ਕੋਈ ਚੈੱਕ ਕਰਨ ਵਾਲਾ ਆ ਗਿਆ ਤੇ ਅਸੀਂ ਵਿਚਾਲੇ ਪਾਰਟੀਸ਼ਨ ਕਰਕੇ ਆਖਾਂਗੇ ਜੀ 2 ਪਾਰਟੀਆਂ ਚੱਲਦੀਆਂ। ਇਹ ਕੰਮ ਸਾਡੇ ਬੰਦੇ ਉੱਥੇ ਵੀ ਕਰਨੋਂ ਨਹੀਂ ਹਟਦੇ, ਔਰ ਪਿਛਲੇ ਦਿਨਾਂ 'ਚ ਕਈਆਂ ਥਾਵਾਂ ਤੇ ਛਾਪੇ ਵੀ ਪਏ, ਬੰਦੇ ਵੀ ਫੜੇ ਗਏ। ਜੇ ਉੱਥੋਂ ਤੱਕ ਸਾਡੇ ਬੰਦੇ ਨਹੀਂ ਹਟਦੇ ਜੀ, ਤੇ ਇੱਥੇ ਭਾਰਤ ਵਿੱਚ ਕੌਣ ਰੋਕ ਲਏਗਾ? ਕੁਝ ਵਿਆਹ ਅਸੀਂ ਵੇਖੇ ਆ, ਜਿਨ੍ਹਾਂ ਵਿਆਹਾਂ ਦੇ ਵਿੱਚ ਅਸੀਂ ਤਾਂ ਗਏ ਤੇ ਉਸ ਵੇਲੇ ਸਗਨ ਫੜਾ ਕੇ ਬਾਹਰ ਦੇ ਬਾਹਰ ਛੇਤੀ ਛੇਤੀ ਮੁੜ ਆਏ। ਪਹਿਲਾਂ ਇਸ ਕਰਕੇ ਚੱਲ ਜਾਈਦਾ ਕਿ ਭੀੜ ਹੋਣ ਤੋਂ ਪਹਿਲਾਂ ਪਹਿਲਾਂ ਕੰਮ ਕਰਕੇ ਤੇ ਖਿਸਕਾਓ। ਬਾਅਦ ਵਿੱਚ ਖਿਸਕਦਿਆਂ ਤੱਕ ਅਸੀਂ ਵੇਖਿਆ ਕਿ ਸਰਕਾਰ ਦੀ ਮਿੱਥੀ ਹੱਦ ਨਾਲੋਂ ਵੱਧ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ। ਮਰਗ ਦੇ ਭੋਗਾਂ ਦੇ ਉੱਤੇ ਵਿਆਹ ਸ਼ਾਦੀਆਂ ਜਿੰਨਾ ਇਕੱਠ ਫੇਰ ਹੋਣ ਲੱਗ ਪਿਆ ਜੀ। ਔਰ ਕੱਲਾ ਵਿਆਹ ਸ਼ਾਦੀਆਂ ਜਿੰਨਾ ਇਕੱਠ ਨਹੀਂ, ਵਿਆਹ ਸ਼ਾਦੀਆਂ ਵਾਲੀ ਰੌਣਕ ਵੀ ਹੋਣ ਲੱਗ ਪਈ ਆ। ਯਾਨੀ ਉਸੇ ਤਰ੍ਹਾਂ ਹੀ ਜਿੰਨੀ ਕਿਸਮ ਦਾ ਖਾਣਾ ਵਿਆਹ ਸ਼ਾਦੀਆਂ ਤੇ ਵਰਤਾਇਆ ਜਾਂਦਾ, ਮਰਗ ਦੇ ਭੋਗਾਂ ਤੇ ਇੱਕੋ ਹੀ ਆ ਕਿ ਨਾਨ ਵੈਜ ਨਹੀਂ ਦਿੰਦੇ, ਇਹ ਮੀਟ ਮੱਛੀ ਨਹੀਂ ਦਿੰਦੇ, ਆਂਡੇ ਨਹੀਂ ਦਿੰਦੇ। ਬਾਕੀ ਤੇ ਸਾਰਾ ਕੁਝ ਮਰਗ ਦੇ ਭੋਗਾਂ ਤੇ ਵੀ ਵਰਤਾਇਆ ਜਾਣ ਲੱਗ ਪਿਆ, ਸਵੀਟ ਡਿਸ਼ ਵੀ। ਤੇ ਜੇ ਕੋਈ ਬਾਪੂ ਜਾਂ ਬੇਬੇ ਵੱਡੀ ਉਮਰ ਦੇ ਹੋਣ ਤੇ ਕੌੜੇ ਪਾਣੀ ਦੇ ਗਰਾਰੇ ਕਰਨ ਦਾ ਪ੍ਰਬੰਧ ਵੀ ਕਰਨ ਲੱਗ ਪਏ ਨੇ। ਮੈਂ ਹੈਰਾਨ ਹਾਂ ਕਿ ਸਾਡੀ ਪੰਜਾਬੀਅਤ ਕਿਹੜੇ ਪਾਸੇ ਨੂੰ ਜਾ ਰਹੀ ਹੈ। ਅਸੀਂ ਪੰਜਾਬ ਵਾਲੇ ਅਜੇ ਤੱਕ ਇਹ ਸਮਝਦੇ ਹਾਂ ਕਿ ਅਸੀਂ ਭਾਰਤ ਵਿੱਚੋਂ ਬਚੇ ਹਾਂ। ਮਹਾਰਾਸ਼ਟਰ ਦੇ ਵਿੱਚ 46,000 ਤੋਂ ਵੱਧ ਮੌਤਾਂ ਹੋ ਗਈਆਂ। ਤਾਮਿਲਨਾਡੂ ਤੇ ਕਰਨਾਟਕਾ 'ਚ 11,500 ਨੂੰ ਟੱਪ ਗਈਆਂ ਜੀ। ਜਿਹੜੇ ਯੂਪੀ ਤੇ ਪੱਛਮੀ ਬੰਗਾਲ ਨੇ ਉਹ 8,000 ਨੂੰ ਟੱਪ ਗਏ। ਇੱਦਾਂ ਦਿੱਲੀ ਜਿਹੜੀ ਆ ਉਹ 8,000 ਨੂੰ ਟੱਪ ਗਈ। ਅਸੀਂ ਪੰਜਾਬ ਵਾਲੇ ਅਜੇ 4500 ਤੇ ਹਾਂ। ਪਰ ਕੀ ਅਸੀਂ ਸਹੁੰ ਖਾਧੀ ਹੈ ਕਿ ਅਸੀਂ ਬਾਕੀਆਂ ਨਾਲ ਮਿਲਣਾ ਜੀ? ਅਸੀਂ ਪੰਜਾਬ ਵਾਲੇ ਵੀ ਅਜੇ ਤੱਕ ਕੋਈ ਪਰਵਾਹ ਨਹੀਂ ਕਰ ਰਹੇ। ਜਿੱਥੇ ਜਿੱਥੇ ਕੋਈ ਹੈਗਾ, ਭਾਵੇਂ ਇੱਥੇ ਭਾਰਤ ਵਿੱਚ ਆ ਭਾਵੇਂ ਵਿਦੇਸ਼ ਵਿੱਚ ਆ, ਬਿਮਾਰੀ ਨੂੰ ਬਿਮਾਰੀ ਸਮਝਣਾ ਚਾਹੀਦਾ। ਅਜੇ ਵੀ ਡਰਾਮੇ
ਔਰ ਹੁਣ ਅੱਜ ਕਿਸੇ ਨੇ ਮੈਨੂੰ ਫੋਨ ਕਰਕੇ ਕਹਿਤਾ ਜੀ ਇਹ ਅਫਵਾਹਾਂ ਫੈਲਦੀਆਂ ਨੇ ਪਿੰਡਾਂ ਦੇ ਵਿੱਚ, ਤਾਂ ਲੋਕੀ ਜੋ ਮਰ ਜਾਵੇ ਬਸ ਬਿਨਾਂ ਕਿਸੇ ਗਿਣਤੀ ਮਿਣਤੀ ਤੋਂ ਇਦਾਂ ਕਰੀ ਜਾਂਦੇ ਸਭ। ਇਦਾਂ ਦੀਆਂ ਕੋਈ ਰਿਪੋਰਟਾਂ ਨਹੀਂ, ਇੱਕਾ ਦੁੱਕਾ ਕੋਈ ਕੇਸ ਆਇਆ। ਪਰ ਜਿਵੇਂ ਪਹਿਲਾਂ ਇਹ ਸ਼ਿਕਾਇਤਾਂ ਸੀ ਉਹਦੇ ਜੀ ਕਿਡਨੀ ਕੱਢ ਲੈਣਗੇ, ਕੋਈ ਕਿਡਨੀਆਂ ਕੁੜਨੀਆਂ ਕੱਢਣ ਦੇ, ਮੁੜ ਕੇ ਹੁਣ ਰੌਲਾ ਕਿਉਂ ਨਹੀਂ ਪੈਂਦਾ? ਕਿਉਂਕਿ ਸ਼ੁਰੂ 'ਚੋਂ ਰੌਲਾ ਪੈਂਦਾ ਨਹੀਂ ਸੀ, ਵਿਦੇਸ਼ ਤੋਂ ਇੱਥੋਂ ਵਾਲੇ ਬੰਦਿਆਂ ਨੂੰ ਕਹਿ ਕੇ ਪਵਾਇਆ ਗਿਆ ਸੀ ਤਾਂ ਕਿ ਸਿਸਟਮ ਨੂੰ ਫੇਲ ਕੀਤਾ ਜਾਵੇ। ਜਦੋਂ 1 2 3 ਕਰਕੇ 60 65 ਬੰਦੇ ਫੜੇ ਗਏ, ਕੇਸ ਦਰਜ ਹੋ ਗਏ। ਇੱਕ ਮੁੰਡਾ ਤੇ ਸ਼ਾਹਕੋਟ ਏਰੀਏ ਦਾ ਸੀ, ਵਿਦੇਸ਼ ਵਿੱਚ ਬੈਠਾ ਸੀ, ਉੱਥੋਂ ਬੈਠਾ ਸਾਰੀ ਡਰਾਮੇਬਾਜ਼ੀ ਕਰ ਰਿਹਾ ਸੀ, ਔਰ ਉੱਥੋਂ ਉਹ ਕਿਹਦੇ ਕਹਿਣ ਤੇ ਕੀ ਲੈ ਕੇ ਕਰ ਰਿਹਾ ਸੀ ਇਹ ਤਾਂ ਪਤਾ ਨਹੀਂ। ਪਰ ਜਦੋਂ ਉਹ 'ਤੇ ਵੀ ਕੇਸ ਦਰਜ ਹੋ ਗਿਆ ਤੇ ਘਰਦਿਆਂ ਨੂੰ ਵੀ ਭਾਜੜ ਪੈ ਗਈ, ਹੁਣ ਉਹ ਵੀ ਹਟ ਗਿਆ ਜੀ। ਉਹ ਜਿਹੜਾ ਭਲਾ ਮਾਨਸ ਆਪਣਾ ਮੂੰਹ ਲਪੇਟ ਕੇ ਤੇ ਲੋਕਾਂ ਨੂੰ ਪਿੰਡਾਂ 'ਚ ਜਾ ਕੇ ਪਬਲਿਕ ਵਿੱਚ ਕਹਿੰਦਾ ਸੀ ਇਹਨਾਂ ਤੁਹਾਡੀਆਂ ਕਿਡਨੀਆਂ ਕੱਢ ਦੇਣੀਆਂ, ਕਿਤੇ ਨਾ ਜਾਓ, ਕੋਈ ਕਰੋਨਾ ਨਹੀਂ, ਉਹ ਵੀ ਚੁੱਪ ਹੋ ਗਿਆ। ਹੁਣ ਕਿਉਂ ਨਹੀਂ ਬੋਲਦੇ ਹੋ? ਅਸੀਂ ਬਿਮਾਰੀ ਨੂੰ ਬਿਮਾਰੀ ਸਮਝੀਏ, ਖਤਰੇ ਨੂੰ ਖਤਰਾ ਸਮਝੀਏ। ਬਦਕਿਸਮਤੀ ਨਾਲ ਸਾਡੇ ਲੋਕ ਅਜੇ ਤੱਕ ਖਤਰੇ ਨੂੰ ਖਤਰਾ ਨਹੀਂ ਸਮਝ ਰਹੇ। ਜੇ ਅਸੀਂ ਇਸੇ ਤਰ੍ਹਾਂ ਕਰਦੇ ਰਹੇ ਨੁਕਸਾਨ ਉਠਾਵਾਂਗੇ। ਪਰ ਇੱਕ ਪਾਸੇ ਹੁਣ ਜਿਹੜਾ ਇਹ ਚਰਚਾ ਆ ਕਿ ਵੀ ਇੱਕ ਪਾਰਲੀਮੈਂਟਰੀ ਕਮੇਟੀ ਜਿਹੜੀ ਆ ਉਹਨਾਂ ਨੇ ਇਹ ਗੱਲ ਕਹੀ ਕਿ ਵੀ ਜਿਹੜਾ ਕਰੋਨਾ ਦਾ ਦੌਰ ਸੀ ਉਹਦੇ ਵਿੱਚ ਪ੍ਰਾਈਵੇਟ ਹਸਪਤਾਲ ਜਿਹੜੇ ਆ ਜਾਂ ਵਿੱਚ ਲੈਬੋਰਟਰੀਆਂ ਦਾ ਨਾਮ ਹੀ ਆਉਂਦਾ ਵੀ ਉਹਨਾਂ ਨੇ ਚੰਗੀ ਲੁੱਟ ਕੀਤੀ ਹੈ। ਇਹਦਾ ਮਤਲਬ ਫਿਰ ਜਿਹੜੇ ਉਹ ਲੋਕ ਨੇ ਉਹਨਾਂ ਦੇ ਵਿੱਚ ਰੱਬ ਨਹੀਂ ਵਸਦਾ। ਅਸੀਂ ਬੜੇ ਸਾਲਾਂ ਤੋਂ, ਜਦੋਂ ਤੋਂ ਮੈਂ ਹੋਸ਼ ਸੰਭਾਲੀ ਆ, ਇਹ ਸੁਣਦੇ ਆਏ ਆ ਕਿ ਇੱਕ ਸ਼ੇਰ ਆ, ਮਰਜ਼ बढ़ता ਗਿਆ ਜਿਉਂ-ਜਿਉਂ ਦਵਾ ਕੀ, ਦੂਜਾ ਕਹਿੰਦਾ ਦਵਾਈ ਸਰਕਾਰੀ ਹਸਪਤਾਲ ਦੀ ਹੋਣੀ। ਅਸੀਂ ਸਰਕਾਰੀ ਟਰਾਂਸਪੋਰਟ ਵੀ ਮਾੜੀ ਸਮਝਦੇ, ਅਸੀਂ ਹਰ ਚੀਜ਼ ਸਰਕਾਰੀ ਮਾੜੀ ਸਮਝਦੇ। ਪਰ ਇਸ ਕਰੋਨਾ ਦੇ ਦੌਰ ਦੇ ਵਿੱਚ ਇਹ ਸਾਬਤ ਹੋ ਗਿਆ ਕਿ ਦੇਸ਼ ਉੱਤੇ ਸੰਕਟ ਦੀ ਘੜੀ 'ਚ ਸਿਰਫ ਸਰਕਾਰ ਦੇ ਅੰਗ ਜਿਹੜੇ ਉਹ ਕੰਮ ਕਰਦੇ, ਬਾਕੀ ਨਹੀਂ ਕਰ ਰਹੇ ਜੀ। ਪਹਿਲਾਂ ਤਾਂ 3 ਮਹੀਨਿਆਂ ਤੱਕ ਜਿਹੜੇ ਪ੍ਰਾਈਵੇਟ ਹਸਪਤਾਲ ਆ ਇਹਨਾਂ ਨੇ ਆਪਣੀ ਐਮਰਜੈਂਸੀ ਵੀ ਬੰਦ ਕਰ ਛੱਡੀ, ਤੇ ਜਦੋਂ ਜਰਾ ਕੁ ਮੌਕਾ ਮਿਲਿਆ ਕਿ ਹੁਣ ਤੁਸੀਂ ਕਰੋਨਾ ਦਾ ਇਲਾਜ ਵੀ ਕਰ ਸਕਦੇ ਆ, ਤੁਸੀਂ ਕਰੋਨਾ ਕੇਅਰ ਸੈਂਟਰ, ਕੋਵਿਡ ਕੇਅਰ ਸੈਂਟਰ ਬਣਾ ਸਕਦੇ ਆ, ਉਦੋਂ ਜਿਹੜੇ ਹਸਪਤਾਲਾਂ ਨੇ ਬਣਾਏ ਆ ਕੋਈ ਇੱਕਾ ਦੁੱਕਾ ਰਹਿ ਗਿਆ, ਉਹ ਬਾਕੀਆਂ ਨੇ ਬੜੀ ਬੇਸ਼ਰਮੀ ਕੀਤੀ ਆ ਔਰ ਬਹੁਤ ਮੋਟੀ ਖੱਲ ਲਾਈ। ਜਿਹੜਾ ਬੰਦਾ ਚਲਾ ਗਿਆ ਅੰਦਰ ਭਾਵੇਂ ਮਰਿਆ ਵੀ ਪਿਆ ਹੋਵੇ, ਬਿੱਲ ਵਾਲਾ ਮੀਟਰ ਘੁੰਮੀ ਜਾਂਦਾ, ਪੈਸੇ ਬਣੀ ਜਾ ਰਹੇ, ਕਿਸੇ ਤੋਂ 4 ਲੱਖ, ਕਿਸੇ ਤੋਂ 5 ਲੱਖ, ਕਿਸੇ ਤੋਂ 6 ਲੱਖ। ਅੰਮ੍ਰਿਤਸਰ ਦੀ ਤੁਲੀ ਲੈਬ ਦਾ ਵੀ ਉਹ ਰੌਲਾ ਪਿਆ ਸੀ ਜੀ। ਔਰ ਉਹਦੇ ਨਾਲ ਜੁੜ ਕੇ ਜਿਹੜੇ ਹਸਪਤਾਲ ਦਾ ਰੌਲਾ ਪੈ ਰਿਹਾ, ਉਹ ਹਸਪਤਾਲ ਉੱਥੇ ਜਾਣ ਵਾਲੇ ਮਰੀਜ਼ਾਂ ਦੀ ਨਜ਼ਰ ਵਿੱਚ ਮਹਾ ਬਦਨਾਮ ਹਸਪਤਾਲ ਆ ਅੰਮ੍ਰਿਤਸਰ ਦਾ। ਉਹ ਤੋਂ ਬਾਅਦ 2-3 ਕਹਾਣੀਆਂ ਫਿਰ ਇੱਦਾਂ ਦੀਆਂ ਫੜੀਆਂ ਗਈਆਂ। ਇਹ ਕਿਉਂ ਹੋ ਰਿਹਾ? ਇੱਥੇ ਪਾਰਲੀਮੈਂਟ ਦੀ ਜਿਹੜੀ ਕਮੇਟੀ ਆ ਹੈਲਥ ਡਿਪਾਰਟਮੈਂਟ ਨਾਲ ਜੁੜੀ ਹੋਈ, ਉਹਨਾਂ ਨੇ ਠੀਕ ਆਖਿਆ ਕਿ ਕੋਵਿਡ ਦੇ ਦਿਨਾਂ 'ਚ ਪ੍ਰਾਈਵੇਟ ਹਸਪਤਾਲਾਂ ਨੇ ਲੋਕਾਂ ਦੀ ਛਿੱਲ ਬਹੁਤ ਲਾਈ ਆ ਜੀ। ਪ੍ਰਾਈਵੇਟ ਹਸਪਤਾਲਾਂ ਦੇ ਅੱਗੋਂ ਪਿੱਛੋਂ ਵੀ ਇਹ ਹਾਲ ਆ ਕਿ ਬਹੁਤੇ ਅੱਜ ਕੱਲ੍ਹ ਜਿਹੜੇ 5 ਸਟਾਰ ਹਸਪਤਾਲ ਬਣ ਗਏ ਨੇ, ਉਹਨਾਂ ਦੇ ਕੋਲ ਜਾ ਕੇ ਪਰਚੀ ਕਟਾਓ ਤੇ ਅੱਧੀ ਜੇਬ ਤੁਹਾਡੀ ਉਦੋਂ ਕੱਟੀ ਜਾਂਦੀ ਹੈ। ਇੰਨੀਆਂ ਮੋਟੀਆਂ ਰਕਮਾਂ ਨੇ ਜੀ। ਕਿਸੇ ਨਾਲ ਗੱਲ ਕਰੋ ਤੇ ਉਹ ਉਹਨਾਂ ਦੇ ਗਰਦਨ ਏਦਾਂ ਆਕੜੀ ਹੁੰਦੀ ਹੈ ਜਿਵੇਂ ਵਿੱਚ ਸਰੀਆ ਦਿੱਤਾ ਹੁੰਦਾ। ਕਿਸੇ ਨਾਲ ਗੱਲ ਹੀ ਚੱਜ ਨਾਲ ਕਰਨ ਨੂੰ ਤਿਆਰ ਨਹੀਂ ਜੀ। ਔਰ ਪ੍ਰਬੰਧ ਕਿੱਦਾਂ ਦੇ ਆ? ਅੰਮ੍ਰਿਤਸਰ ਦੇ ਵਿੱਚ ਇੱਕ ਡੈੱਡ ਬਾਡੀ ਬਦਲ ਗਈ ਸੀ, ਮਕੇਰੀਆਂ ਦੇ ਉੱਥੇ ਰਹਿ ਗਈ ਤੇ ਉੱਥੋਂ ਵਾਲੇ ਦੀ ਮਕੇਰੀਆਂ ਆ ਗਈ ਸੀ, ਕਿੰਨਾ ਰੌਲਾ ਪਿਆ ਸੀ ਜੀ। ਹੁਣ ਆ ਪਰਸੋਂ ਦੀ ਗੱਲ ਹੈ, ਜਲੰਧਰ ਦੇ ਵਿੱਚ ਇੱਕ ਹਸਪਤਾਲ ਆ, ਪ੍ਰਾਈਵੇਟ ਹਸਪਤਾਲ, ਪਤਾ ਨਹੀਂ 20-25 ਏਕੜ 'ਚ ਬਣਿਆ ਜਾਪਦਾ, ਵਾਵਾ ਮੋਟੀ ਕਮਾਈ ਵਾਲਾ ਹਸਪਤਾਲ ਜਾਪਦਾ। ਉੱਥੋਂ ਡੈੱਡ ਬਾਡੀਆਂ ਦੋਵੇਂ ਪਈਆਂ ਸੀ, ਡੈੱਡ ਬਾਡੀਜ਼ ਉਹਨਾਂ ਦੇ ਵਿੱਚੋਂ ਬਦਲ ਗਈਆਂ। ਜਿਹੜੀ ਜਲੰਧਰ ਵਾਲੀ ਸੀ ਉਹ ਫਗਵਾੜੇ ਚਲੀ ਗਈ, ਫਗਵਾੜੇ ਵਾਲੀ ਜਲੰਧਰ ਰਹਿ ਗਈ। ਜਿਹੜੇ ਜਲੰਧਰ ਵਾਲੇ ਸੀ ਉਹਨਾਂ ਜਿੱਦ ਕਰ ਲਈ ਕਿ ਅਸੀਂ ਆਪਣੇ ਜਿਹੜਾ ਮ੍ਰਿਤਕ ਆ ਉਹਦੀ ਸ਼ਕਲ ਵੇਖੇ ਬਗੈਰ, ਚਿਹਰਾ ਵੇਖੇ ਬਗੈਰ ਅਸੀਂ ਡੈੱਡ ਬਾਡੀ ਨਹੀਂ ਚੁੱਕਣੀ। ਜਦੋਂ ਚਿਹਰਾ ਵੇਖਿਆ ਤੇ ਉਹਨੇ ਆਖਿਆ ਸਾਡੀ ਡੈੱਡ ਬਾਡੀ ਨਹੀਂ, ਅਸੀਂ ਨਹੀਂ ਚੁੱਕਦੇ, ਇਹ ਕਿਹਦੀ ਹੈ? ਫਿਰ ਪਤਾ ਕਰਾਇਆ ਜੀ, ਕਹਿੰਦੇ 2 ਸੀਗੀਆਂ, ਉਹ ਫਿਰ ਤੁਹਾਡੇ ਵਾਲੇ ਫਗਵਾੜੇ ਵਾਲੇ ਲੈ ਗਏ ਉਹਨੇ। ਫਗਵਾੜੇ ਵਾਲਿਆਂ ਨੂੰ ਫੋਨ ਕੀਤਾ, ਉੱਥੇ ਜਿਹੜਾ ਬੰਦਾ ਮਰਿਆ ਸੀ ਉਹਦੇ ਪੁੱਤ ਨੇ ਆਖਿਆ ਕਿ ਅਸੀਂ ਤਾਂ ਉਹਦਾ ਸੰਸਕਾਰ ਵੀ ਕਰਤਾ। ਕਹਿੰਦੇ ਵੇਖਿਆ ਤੁਸੀਂ? ਉਹ ਕਹਿੰਦੇ ਜੀ ਅਸੀਂ ਕਿਉਂ ਨਹੀਂ ਵੇਖਣਾ ਸੀ, ਤੁਸੀਂ ਸਾਨੂੰ ਆਖਿਆ ਸੀ ਕਿ ਐਂਬੂਲੈਂਸ ਦਾ ਕਿਰਾਇਆ ਦੇਣਾ, ਇਹਨੂੰ ਬਿਲਕੁਲ ਖੋਲ ਕੇ ਵੇਖਣਾ ਨਹੀਂ। ਅਸੀਂ ਫੋਟੋ ਵੀ ਡੈੱਡ ਬਾਡੀ ਵਾਲਾ ਜਿਹੜਾ ਕਫਨ ਹੈ, ਜਿਹੜਾ ਬਕਸੇ ਦੇ ਨਾਲ ਖਲੋ ਕੇ ਲਵਾਈਆਂ ਨੇ, ਅਸੀਂ ਤਾਂ ਉਹਦਾ ਸ਼ਕਲ ਹੀ ਨਹੀਂ ਵੇਖ ਸਕਦੇ, ਸਾਨੂੰ ਤਾਂ ਪਤਾ ਹੀ ਨਹੀਂ ਕੌਣ ਸੀ। ਹੁਣ ਜੇ ਤੁਹਾਡਾ ਜਲੰਧਰ ਵਾਲਿਆਂ ਦਾ ਸੀ ਤੇ ਸੰਸਕਾਰ ਅਸੀਂ ਕਰਤਾ, ਉਹਦਾ ਆਧਾਰ ਕਾਰਡ ਲਿਆਓ, ਇੱਥੋਂ ਲਿਆ ਕੇ ਤੁਸੀਂ ਉਹਦਾ ਸਰਟੀਫਿਕੇਟ ਬਣਾ ਲਿਓ, ਹੋਰ ਕੁਝ ਨਹੀਂ ਹੋ ਸਕਦਾ ਜੀ। ਸਾਡੇ ਵਾਲੀ ਡੈੱਡ ਬਾਡੀ ਦੇ ਦਿਓ, ਅਸੀਂ ਦੁਬਾਰਾ ਸੰਸਕਾਰ ਕਰ ਲੈਣੇ, ਹੋਰ ਕਿਉਂ? ਜਦੋਂ ਅੰਮ੍ਰਿਤਸਰ ਦੇ ਵਿੱਚ ਘਟਨਾ ਹੋਈ ਸੀ, ਸਰਕਾਰੀ ਹਸਪਤਾਲ ਸੀ ਜੀ, ਸਾਰੇ ਕਹਿੰਦੇ ਸੀ ਹਸਪਤਾਲ ਦਾ ਮੈਡੀਕਲ ਸੁਪਰਡੈਂਟ ਸਸਪੈਂਡ ਕਰ ਦਿਓ, ਫਲਾਨਾ ਕਰ ਦਿਓ, ਸਿਵਲ ਸਰਜਨ ਜਿਹੜਾ CMO ਸਭ ਦਾ ਰਗੜਾ ਕੱਢ ਦਿਓ। ਇੱਥੇ ਕੀ ਹੈ? ਡਾਕਟਰਾਂ ਕੋਲ ਗਏ, ਕਹਿੰਦੇ ਜੀ ਅਸੀਂ ਪੜਤਾਲ ਕਰਾਂਗੇ,
ਹੇਠਲੇ ਸਟਾਫ ਚੋਂ ਕਿਤੇ ਹੋ ਗਈ ਹੋਣੀ। ਇਹਦਾ ਮਤਲਬ ਕਿ ਗਲਤੀਆਂ ਤੁਹਾਡੀਆਂ। ਹੁਣ ਕਿਸੇ ਸੇਵਾਦਾਰ ਤੇ ਪਰਚਾ ਕਰਾਓਗੇ, ਕਿਸੇ ਸਿਕਿਉਰਿਟੀ ਗਾਰਡ ਤੇ ਪਰਚਾ ਕਰਾਓਗੇ। ਜਦੋਂ ਤੁਹਾਡੇ ਕੋਲ ਡੈੱਡ ਬਾਡੀ ਜਾਂਦੀ ਹੈ ਉਦੋਂ ਉਹਦੇ ਕਫਨ ਦੇ ਨਾਲ ਤੁਸੀਂ ਇੱਕ ਸਲਿੱਪ ਕਿਉਂ ਨਹੀਂ ਲਾਉਂਦੇ ਕਿ ਫਲਾਣੇ ਦੀ ਹੈ ਜੀ? ਤੁਸੀਂ ਉੱਥੇ ਜਾ ਕੇ ਕਿਉਂ ਸਮਝਦੇ ਆ ਕਿ ਅੱਡੋ ਅੱਡ ਕਰਨ? ਇਹ ਗਲਤੀ ਇਹਨਾਂ ਦੀ ਵੱਡੇ ਡਾਕਟਰਾਂ ਦੀ ਹੋਵੇ ਤੇ ਛੋਟੇ ਸਟਾਫ ਦੇ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇੱਥੇ ਡਾਕਟਰ ਜਿਹੜੇ ਨੇ ਹਸਪਤਾਲਾਂ 'ਚ ਬੈਠੇ ਉਹ ਕਿੰਨੀ ਬਦਤਮੀਜ਼ੀ ਨਾਲ ਬੋਲਦੇ ਜੀ। ਮੈਨੂੰ ਨਿੱਜੀ ਤੌਰ ਤੇ ਤਜਰਬਾ, ਇੱਕ ਕੇਸ ਵਿੱਚ ਮੈਂ ਫੋਨ ਕਰ ਬੈਠਾ, ਉਹ ਕਹਿੰਦੇ ਸੀ ਇਹਨੂੰ ਪੇਸ਼ੈਂਟ ਨੂੰ ਲੈ ਜਾਓ ਜੀ, ਇਹ ਵਿਗੜ ਗਿਆ। ਮੈਂ ਉਹਨਾਂ ਨੂੰ ਆਖਿਆ ਕਿ ਮਰੀਜ਼ ਦਾ ਪਰਿਵਾਰ ਦੱਸਦਾ ਕਿ ਬੜੇ ਦਿਨਾਂ ਤੋਂ ਇਹ ਤੁਹਾਡੇ ਕੋਲ ਹੈ, ਇੰਨੇ ਲੱਖ ਰੁਪਈਆ ਤੁਹਾਨੂੰ ਦੇ ਚੁੱਕੇ ਆ, ਹੁਣ ਤੁਸੀਂ ਘੱਲਦੇ ਪਏ ਆ, ਇਹ ਦੂਸਰੇ ਹਸਪਤਾਲ ਜਾਂਦੇ ਆ, ਜੇ ਰਸਤੇ 'ਚ ਇਹਨੂੰ ਕੁਛ ਹੋ ਗਿਆ ਤੇ ਫਿਰ ਕੀ ਬਣੂਗਾ? ਤੇ ਡਾਕਟਰ ਮੇਰਾ ਖਿਆਲ ਮੇਰੇ ਨਾਲੋਂ ਅੱਧੀ ਤੋਂ ਵੀ ਘੱਟ ਉਮਰ ਵਾਲਾ, ਤੇ ਅੱਗੋਂ ਐਡੀ ਬਦਤਮੀਜ਼ੀ ਨਾਲ ਬੋਲਿਆ। ਮੈਂ ਫਿਰ ਸੁਣੀ ਗਿਆ ਚੁੱਪ ਕਰਕੇ, ਹਾਰ ਕੇ ਉੱਪਰ ਸ਼ਿਕਾਇਤ ਕੀਤੀ ਤੇ ਮੁੜ ਕੇ ਲਗਾਤਾਰ 2 ਦਿਨ ਮੁਆਫੀਆਂ ਮੰਗੀ ਗਿਆ। ਮੈਨੂੰ ਪਤਾ ਨਹੀਂ ਜੀ ਤੁਸੀਂ ਕੌਣ। ਇਹਦਾ ਮਤਲਬ ਜੇ ਮੈਂ ਕੌਣ ਨਾ ਹੋਵਾਂ ਤੇ ਆਮ ਆਦਮੀ ਹੋਵੇ ਤੇ ਉਹਨੂੰ ਧੱਕੇ ਮਾਰ ਕੇ ਕੱਢ ਦੇਣ। ਇੱਥੇ ਜਲੰਧਰ 'ਚ ਕਿੰਨੇ ਹਸਪਤਾਲ ਨੇ ਇਹੋ ਜਿਹੇ ਪ੍ਰਾਈਵੇਟ ਜੀ ਜਿਨ੍ਹਾਂ ਦੇ ਆਸੇ ਪਾਸੇ ਜ਼ਮੀਨ ਤੇ ਕਬਜ਼ਾ, ਫਲਾਣੀ ਚੀਜ਼, ਇਹਦੇ 'ਚ ਨੁਕਸ, ਉਹਦੇ 'ਚ ਨੁਕਸ, ਉਹ ਪਏ ਨੇ, ਕੋਈ ਚੈੱਕ ਕਰਨ ਵਾਲਾ ਹੈ ਨਹੀਂ। ਇਹ ਸਾਰਾ ਕੁਝ ਚੈੱਕ ਕੀਤਾ ਜਾਣਾ ਚਾਹੀਦਾ। ਪਾਰਲੀਮੈਂਟਰੀ ਕਮੇਟੀ ਨੇ ਠੀਕ ਆਖਿਆ ਕਿ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਬਹੁਤ ਸਾਰੇ, ਮੈਂ ਸਾਰੇ ਨਹੀਂ ਕਹਿੰਦਾ, ਬਹੁਤ ਸਾਰੇ ਇਹੋ ਜਿਹੇ ਆ ਜਿਨ੍ਹਾਂ ਨੇ ਇਹ ਕੰਮ ਕੀਤਾ, ਲੋਕਾਂ ਦੀ ਛਿੱਲ ਲਾਈ ਹੈ। ਜਿਹੜੇ ਠੀਕ ਚੱਲਦੇ ਆ ਉਹ ਵੀ ਲੋਕਾਂ ਨੂੰ ਪਤਾ, ਉਹਨਾਂ ਦੀ ਕਦੇ ਕੋਈ ਸ਼ਿਕਾਇਤ ਵੀ ਨਹੀਂ ਆਈ ਜੀ। ਪਰ ਜਿਨ੍ਹਾਂ ਦੀ ਸ਼ਿਕਾਇਤ ਆਉਂਦੀ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਆ। ਔਰ ਮੈਂ ਫਿਰ ਆਖੂੰਗਾ ਕਿ ਇਸ ਕਰੋਨਾ ਦੇ ਸੰਕਟ ਨੇ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਦੱਸ ਦਿੱਤਾ ਕਿ ਜਿੰਨਾ ਕੁ ਪ੍ਰਬੰਧ ਜਿਹਨੂੰ ਅਸੀਂ ਹੁਣ ਤੱਕ ਨਿੰਦਦੇ ਰਹੇ ਹਾਂ, ਨੌਲਦੇ ਰਹੇ ਹਾਂ, ਉਹ ਸਰਕਾਰੀ ਸਿਸਟਮ, ਟੈਲੀਫੋਨ ਵਾਲੇ ਵੀ, ਦੂਸਰੇ ਵੀ, ਸਾਰੇ ਲੋਕ ਇਹ ਜਿੰਨੇ ਆ, ਉਹਨਾਂ ਨੇ ਇਸ ਕਰੋਨਾ ਦੇ ਦੌਰ 'ਚ ਜਿੰਨੀਆਂ ਡਿਊਟੀਆਂ ਨਿਭਾਈਆਂ, ਡਾਕਟਰਾਂ ਨੇ, ਨਰਸਾਂ ਨੇ, ਐਂਬੂਲੈਂਸ ਵਾਲਿਆਂ ਨੇ, ਸਾਰਿਆਂ ਨੇ, ਪ੍ਰਾਈਵੇਟ ਨੇ ਨਹੀਂ ਨਿਭਾਈਆਂ। ਜਿਹੜੇ ਸਰਕਾਰੀ ਸਿਸਟਮ ਇਹ ਨਿਖਿੱਧ ਸਮਝਦੇ ਸਾਂ, ਉਹਨੇ ਸਾਬਤ ਕਰਤਾ ਕਿ ਸੰਕਟ ਦੀ ਘੜੀ ਸਭ ਤੋਂ ਵੱਧ ਉਹੀ ਕੰਮ ਆਉਂਦਾ ਜੀ। ਇਕਬਾਲ ਸਾਹਿਬ, ਇਸ ਵੇਲੇ ਚਰਚਾ ਹੈ ਇੱਕ ਸ਼ਬਦ ਲਵ ਜਿਹਾਦ ਦੀ। ਹੁਣ ਇਹਨੂੰ ਲੈ ਕੇ ਸੁਣ 'ਚ ਆ ਰਿਹਾ ਕਿ ਵੀ ਸਰਕਾਰਾਂ ਕੋਈ ਕਾਨੂੰਨ ਬਣਾਉਣ ਵਾਲੇ ਪਾਸੇ ਨੂੰ ਤੁਰ ਪਈਆਂ। ਉਹਦੇ ਨਾਲ ਹੀ ਚਰਚਾ ਇਹ ਵੀ ਚੱਲ ਪਈ ਹੈ ਵੀ ਹੁਣ ਸਰਕਾਰ ਤੈਅ ਕਰੂਗੀ ਕਿ ਕਿਹਨੇ ਕਿਹਦੇ ਨਾਲ ਵਿਆਹ ਕਰਾਉਣਾ ਤੇ ਕਿੰਨੇ ਵਿਆਹ ਨਹੀਂ ਕਰਾਉਣਾ। ਉਹ ਅਸਦੁੱਦੀਨ ਓਵੈਸੀ ਹੋਰਾਂ ਨੇ ਵੀ ਇੱਕ ਸਟੇਟਮੈਂਟ ਦੇ ਦਿੱਤੀ। ਉਹ ਕਹਿੰਦੇ ਵੀ ਸਰਕਾਰਾਂ ਪਹਿਲਾਂ ਸੰਵਿਧਾਨ ਪੜ੍ਹ ਲੈਣ, ਫਿਰ ਇੱਦਾਂ ਦੇ ਕਾਨੂੰਨ ਬਣਾ ਲੈਣ। ਇਹ ਕੀ ਲੜਾਈ ਹੈ? ਇਹ ਸਿਆਸੀ ਲੜਾਈ ਹੈ ਜਾਂ ਧਾਰਮਿਕ ਰੰਗਤ ਦੇ ਕੇ ਲੜੀ ਜਾ ਰਹੀ ਲੜਾਈ ਹੈ? ਕਿਹੜਾ ਸੰਵਿਧਾਨ ਦੇ ਵਿੱਚ ਹੁਣ ਤੱਕ ਕਈ ਵਾਰ ਸੋਧਾਂ ਹੋਈਆਂ ਨੇ ਜੀ, 100 ਵਾਰ ਸੋਧਾਂ ਅੱਗੇ ਹੋਈਆਂ ਨੇ। ਇੱਕ ਸੋਧ ਜਿਹਨਾਂ ਕੋਲ ਬਹੁਤ ਸੰਮਤੀ ਹੋਰ ਕਰ ਲੈਣਗੇ, ਕੀ ਕਰੂਗਾ ਸੰਵਿਧਾਨ ਜੀ? ਸੰਵਿਧਾਨ ਨੂੰ ਤਾਂ ਕੈਂਚੀ ਨਾਲ ਕਈ ਵਾਰੀ ਕੱਟਿਆ ਵੱਢਿਆ ਗਿਆ, ਕੁਤਰਿਆ ਗਿਆ। ਇਹ ਸੰਵਿਧਾਨ ਦੀ ਇੱਜ਼ਤ ਕੌਣ ਕਰਦਾ? ਇਹਦਾ ਸਿਰਫ ਸਹੁੰ ਖਾਣ ਵਾਸਤੇ ਰੱਖਿਆ, ਔਰ ਉਹ ਸਹੁੰ ਖਾਣ ਵਾਸਤੇ ਰੱਖਿਆ ਜਿਹੜੀ ਸਹੁੰ ਦੇ ਉੱਤੇ ਕਦੇ ਕਿਸੇ ਸਿਆਸੀ ਲੀਡਰ ਨੇ ਕਿਸੇ ਵੀ ਅਹੁਦੇ 'ਤੇ ਜਾ ਕੇ ਕੋਈ ਅਮਲ ਨਹੀਂ ਕੀਤਾ। ਹੁਣ ਇੱਕ ਹੋਰ ਸੋਧ ਕਰ ਲੈਣਗੇ, ਫਿਰ ਉਸ ਸੋਧ ਦੇ ਬਾਅਦ ਕਾਨੂੰਨ ਬਣਾ ਲੈਣਗੇ। ਕਾਨੂੰਨ ਬਣਾਉਣਗੇ ਲਵ ਜਿਹਾਦ ਦੇ ਖਿਲਾਫ ਕਿ ਮੁੰਡਾ ਕੁੜੀ ਧਰਮ ਪਰਿਵਰਤਨ ਨਹੀਂ ਕਰ ਸਕਦੇ, ਇਹੋ ਇੱਕ ਉਸ ਧਰਮ ਦਾ ਇੱਕ ਉਸ ਧਰਮ ਦਾ ਆਪੋ 'ਚ ਵਿਆਹ ਨਹੀਂ ਕਰਾ ਸਕਦੇ, ਕਰ ਦੇਣ। ਇਤਰਾਜ਼ ਕੀ ਆ ਕਿ ਹਿੰਦੂ ਕੁੜੀ ਮੁਸਲਮਾਨ ਮੁੰਡੇ ਨਾਲ ਜੀ, ਮੁਸਲਮਾਨ ਮੁੰਡੇ ਜਿਹੜੇ ਕੁੜੀਆਂ ਨੂੰ ਖਰਾਬ ਕਰਦੇ। ਇਹ ਕਿਹੜੇ ਲਵ ਜਿਹਾਦ ਦੀਆਂ ਗੱਲਾਂ ਕਰਦੇ ਆ? ਜੇ ਇੱਦਾਂ ਕਰਨਾ, ਜਿਹੜੀ ਭਾਜਪਾ ਇਸ ਵੇਲੇ ਸਭ ਤੋਂ ਵੱਧ ਲਵ ਜਿਹਾਦ ਦਾ ਰੌਲਾ ਪਾਉਂਦੀ ਹੈ, ਇਹਦੇ ਆਪਣੇ 3-4 ਲੀਡਰ ਉਹ ਨੇ ਜਿਹੜੇ ਮੁਸਲਮਾਨ ਨੇ ਤੇ ਹਿੰਦੂ ਕੁੜੀਆਂ ਨੇ ਵਿਆਹ ਕਰਾਏ ਆ। ਇਹਦਾ ਮਤਲਬ ਜੇ ਕੋਈ ਮੁਸਲਮਾਨ ਹਿੰਦੂ ਕੁੜੀ ਨਾਲ ਵਿਆਹ ਕਰਾ ਕੇ ਭਾਜਪਾ ਜਾ ਜਿਓ, ਠੀਕ ਆ ਜੀ, ਉੱਪਰ ਟਾਪ ਤੇ ਬੈਠੇ ਮੰਤਰੀ ਵੀ ਬਣ ਜਾਂਦੇ ਹੋ, ਫਿਰ ਉੱਥੋਂ ਸ਼ੁਰੂ ਕਰ ਲੈਣ, ਉਹਨਾਂ ਨੂੰ ਪਹਿਲਾਂ ਕੱਢ ਦੇਣ। ਧਰਮ ਪਰਿਵਰਤਨ ਵਿਆਹ ਵਾਸਤੇ ਜਦੋਂ ਕੋਈ ਕਰਦਾ ਜੀ, ਆਮ ਤੌਰ ਤੇ ਉਹਦੇ ਪਿੱਛੇ ਨੀਤ ਚੰਗੀ ਨਹੀਂ ਹੁੰਦੀ, ਇਹ ਮੇਰੇ ਵਰਗਾ ਬੰਦਾ ਵੀ ਸਮਝਦਾ। ਪਰ ਜਿੱਥੇ ਬਦਨੀਤੀ ਉਹਨੂੰ ਫੜੋ। ਹੇਮਾ ਮਾਲਿਨੀ ਧਰਮਿੰਦਰ ਨੇ ਵਿਆਹ ਕੀਤਾ ਸੀ ਜੀ, ਕੀ ਤਰੀਕਾ ਅਪਣਾਇਆ ਸੀ? ਸੰਜੇ ਦੱਤ ਤੇ ਮਾਨਿਅਤਾ ਨੇ ਜਾ ਕੇ ਗੋਆ 'ਚ ਵਿਆਹ ਕਰਾਇਆ, ਉਸ ਵਿਆਹ ਦਾ ਕਿੰਨਾ ਰੌਲਾ ਪੈ ਚੁੱਕਾ, ਫਿਰ ਕੀ ਕੀਤਾ ਗਿਆ? ਇਹੋ ਜਿਹੇ 36 ਕੇਸ ਮੈਂ ਤੁਹਾਨੂੰ ਗਿਣਾ ਦਿੰਦਾ ਜਿੱਥੇ ਲੋਕਾਂ ਨੇ ਵਿਆਹ ਕਰਾਉਣ ਵਾਸਤੇ ਉਦੋਂ ਘੜੀ ਦੀ ਘੜੀ ਧਰਮ ਤਬਦੀਲ ਕੀਤਾ, ਫਿਰ ਆਪਣੇ ਪੁਰਾਣੇ ਨਾਂ ਨਾਲ ਹੀ ਚੱਲਦੇ ਰਹੇ। ਉਸ ਤੋਂ ਬਾਅਦ ਪਾਰਲੀਮੈਂਟ ਮੈਂਬਰ ਵੀ ਬਣੇ ਤੇ ਆਪਣੇ ਪੁਰਾਣੇ ਨਾਂ ਨਾਲ ਬਣੇ, ਜਿਹੜੇ ਨਾਂ ਨਾਲ ਵਿਆਹ ਕਰਾਇਆ ਉਹਦੇ ਨਾਲ ਨਹੀਂ ਬਣੇ। ਇੱਕ ਬੀਬੀ ਕੇਂਦਰ 'ਚ ਮੰਤਰੀ ਹੈ, ਹਿੰਦੂ ਬੀਬੀ ਹੈ, ਪਰ ਵਿਆਹ ਹਿੰਦੂ ਮੁੰਡੇ ਨਾਲ ਤਾਂ ਨਹੀਂ ਕਰਾਇਆ। ਇੱਦਾਂ ਦੇ ਕਈ ਕਿਸ ਨੇ। ਫਿਰ ਇਹ ਪਿਕ ਐਂਡ ਚੂਜ਼ ਨਹੀਂ ਹੋ ਸਕਦਾ ਕਿ ਆ ਸਾਡਾ ਤੇ ਇਹਨੂੰ ਤੇ ਹੱਕ ਹੈ ਤੇ ਬੇਗਾਨਾ ਉਹਨੂੰ ਹੱਕ ਕੋਈ ਨਹੀਂ। ਅਡਵਾਨੀ ਜੀ ਬਾਬਰੀ ਮਸਜਿਦ ਢਵਾ ਕੇ ਜਦੋਂ ਆਏ,
1992 ਚ ਜੀ 6 ਦਸੰਬਰ 1992 ਨੂੰ ਦਿੱਲੀ ਵਾਪਸ ਆਏ। ਉਦੋਂ ਤੋਂ ਚੌਥੇ ਦਿਨ ਉਹਨਾਂ ਦੇ ਆਪਣੇ ਪਰਿਵਾਰ ਦੀ ਇੱਕ ਲੜਕੀ ਨੇ, ਉਸ ਪਰਿਵਾਰ ਚੋਂ ਲੜਕੀ ਸੀ, ਉਹਨੇ ਇੱਕ ਮੁਸਲਮਾਨ ਮੁੰਡੇ ਨਾਲ ਵਿਆਹ ਕਰਾਇਆ ਸੀ। ਉਸ ਪਰਿਵਾਰ ਚੋਂ ਸੀ ਜੀ। ਅਡਵਾਨੀ ਜੀ ਦੀ ਧੀ ਨਹੀਂ ਮੈਂ ਕਹਿ ਰਿਹਾ, ਉਸ ਪਰਿਵਾਰ ਚੋਂ ਸੀ। ਤੇ ਕੀ ਕੀਤਾ ਜੀ? ਇਹ ਜਿਹੜਾ ਕੁਛ ਤਾਂ ਜਾਂ ਤਾਂ ਖੁੱਲ੍ਹਾਂ ਦੇਣੀਆਂ ਤੇ ਸਭ ਨੂੰ ਦੇਣੀਆਂ ਪੈਣਗੀਆਂ। ਉੱਦਾਂ ਵੀ ਹਿੰਦੁਸਤਾਨ ਕੋਈ ਥਿਓਕ੍ਰੈਟਿਕ ਸਟੇਟ, ਜਿਹੜੀ ਇੱਕ ਧਰਮ ਦੇ ਆਧਾਰ ਤੇ ਚੱਲਣ ਵਾਲੀ ਸਟੇਟ ਹੈ ਨਹੀਂ, ਉਹ ਦੇਸ਼ ਨਹੀਂ ਗਏ। ਤੇ ਜੇ ਵਧੋ ਵਧੀਆ ਕਰਨ ਸ਼ੁਰੂ ਕਰਨਗੇ, ਲਾਗੂ ਕਰਨਗੇ, ਤੇ ਫਿਰ ਉਹ ਅੰਗਰੇਜ਼ੀ ਦਾ ਮੁਹਾਵਰਾ ਚੈਰਿਟੀ ਬਿਗਨਸ ਐਟ ਹੋਮ, ਇਹ ਜਿਹੜਾ ਪੁੰਨ ਦਾ ਕੰਮ ਹੈ, ਭਲੇ ਦਾ ਕੰਮ ਹੈ, ਆਪਣੇ ਘਰ ਤੋਂ ਸ਼ੁਰੂ ਹੁੰਦਾ। ਕਰ ਲਓ ਘਰ ਤੋਂ ਸ਼ੁਰੂ, ਕੇਂਦਰ ਸਰਕਾਰ ਤੋਂ ਪੁੱਛ ਲਓ ਉੱਥੇ ਕਿੱਥੇ ਕਿੱਥੇ ਲਵ ਜਹਾਦ ਹੋਇਆ ਜੀ, ਫਿਰ ਉੱਥੋਂ ਤੁਰ ਪਓ, ਬਾਕੀ ਵਾਲੇ ਪਾਸੇ ਨੂੰ ਤੁਰ ਪਿਓ ਜੀ। ਅਸੀਂ ਤਾਂ ਸਿਕੰਦਰ ਬਖਤ ਦੇ ਵੇਲੇ ਤੋਂ ਮਤਲਬ ਤੁਰੇ ਆਉਂਦੇ ਹਾਂ, ਜਦੋਂ ਭਾਰਤੀ ਜਨਤਾ ਪਾਰਟੀ ਪੁਰਾਣੀ ਜਨਸੰਘ ਹੁੰਦੀ ਸੀ ਜੀ, ਉਹਦੇ ਵਿੱਚ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਨਾਨਾ ਜੀ ਦੇਸ਼ਮੁਖ, ਇਹਨਾਂ ਸਾਰਿਆਂ ਦੇ ਨਾਲ ਇੱਕ ਸਿਖਰਲਾ ਲੀਡਰ ਸਿਕੰਦਰ ਬਖਤ ਹੁੰਦਾ ਸੀ, ਮੁਸਲਮਾਨ ਸੀ। ਉਹਦਾ ਵਿਆਹ ਕਿੱਦਾਂ ਹੋਇਆ ਸੀ? ਉਹਦੇ ਤੋਂ ਬਾਅਦ ਇਹ ਸਾਰੇ ਜਨਤਾ ਪਾਰਟੀ ਸ਼ਾਮਲ ਹੋ ਗਏ, ਜਨਸੰਘ ਤੋੜਤੀ। ਫਿਰ ਜਨਤਾ ਪਾਰਟੀ ਚੱਲ ਨਾ ਸਕੀ, ਪੁਰਾਣੀ ਜਨਸੰਘ ਬਹਾਲ ਨਹੀਂ ਕੀਤੀ। ਨਵੀਂ ਪਾਰਟੀ ਇਹਨਾਂ ਨੇ 1979 ਚ ਖੜੀ ਕੀਤੀ, ਜਿਹਦਾ ਨਾਮ ਭਾਰਤੀ ਜਨਤਾ ਪਾਰਟੀ ਸੀ। ਜਨਸੰਘ ਦਾ ਚੋਣ ਨਿਸ਼ਾਨ ਪਹਿਲਾਂ ਇਹਨਾਂ ਦਾ ਦੀਵਾ ਹੁੰਦਾ ਸੀ, ਤੇ ਉਹ ਲੋਕੀ ਮਖੌਲ ਕਰਦੇ ਹੁੰਦੇ ਸੀ ਕਿ ਦੀਵਾ ਰੱਖਿਆ, ਜਿੱਦਣ ਲੋੜ ਪਈ ਦੀਵਾ ਜਗਾ ਕੇ ਦਿਵਾਲਾ ਕੱਢ ਦੇਣਗੇ। ਜਦੋਂ ਨਵੀਂ ਪਾਰਟੀ ਬਣੀ ਭਾਜਪਾ, ਇਹਨਾਂ ਨੇ ਚੋਣ ਨਿਸ਼ਾਨ ਕਮਲ ਦਾ ਫੁੱਲ ਲੈ ਲਿਆ। ਤੇ ਜਦੋਂ ਪਹਿਲੀ ਲੀਡਰਸ਼ਿਪ ਬਣਾਈ, ਵਾਜਪਾਈ ਸਾਹਿਬ ਨੂੰ ਪ੍ਰਧਾਨ ਬਣਾਇਆ ਗਿਆ, ਨਾਲ ਮੀਤ ਪ੍ਰਧਾਨ ਉਹ ਸਿਕੰਦਰ ਬਖਤ ਸੀ। ਉਹ ਲਵ ਜਹਾਜ਼ ਜੇ ਫੁੱਲਣਾ ਤੇ ਫਿਰ ਭਾਰਤੀ ਜਨਤਾ ਪਾਰਟੀ ਦੀ ਟੌਪ ਦੀ ਲੀਡਰਸ਼ਿਪ ਤੋਂ ਫੁੱਲਣਾ ਸ਼ੁਰੂ ਕਰ ਦਿਓ ਜੀ। ਲਓ ਦੱਸ ਦਿੰਦੇ ਕੌਣ ਕੌਣ ਨਾਂ ਨੇ, ਕਿਹੜੇ ਕਿਹੜੇ ਸੂਬੇ 'ਚ ਨੇ, ਕਿੱਥੇ ਕਿੱਥੇ ਨੇ। ਬਿਲਕੁਲ, ਇਹ ਦੂਸਰਿਆਂ ਵਾਸਤੇ ਗੱਜ ਹੋਰ ਤੇ ਆਪਣੇ ਵਾਸਤੇ ਹੋਰ ਗੱਜ ਨਹੀਂ ਹੋਣਾ। ਆ ਕੋਈ ਜਣਾ ਖੜਾ ਇੱਥੇ ਘੇਰ ਲਿਆ ਤੇ ਉਹਨੂੰ ਫੜ ਕੇ ਘੇਰ ਲਓ। ਇਹ ਜਿਹੜਾ ਇਸ ਤਰ੍ਹਾਂ ਦਾ ਰੌਲਾ ਪਾਉਣ ਵਾਲਾ ਟੋਲਾ, ਜਿਹੜੇ ਧਮੱਚੜ ਪਾਉਂਦੇ ਆ, ਇਹਨਾਂ ਨੇ ਕਿਹੜੇ ਕਿਹੜੇ ਪੁੱਠੇ ਕੰਮ ਨਹੀਂ ਕੀਤੇ। ਵੈਲੈਂਟਾਈਨ ਡੇ ਦੇ ਉੱਤੇ ਇੱਕ ਵਾਰੀ ਯੂਪੀ 'ਚ ਰੇਲਵੇ ਸਟੇਸ਼ਨ ਦੇ ਲਾਗੇ ਪਾਰਕ ਵਿੱਚ ਜਾ ਕੇ ਮੁੰਡੇ ਤੇ ਕੁੜੀ ਦੋਵਾਂ ਨੂੰ ਕੁੱਟਿਆ ਗਿਆ ਕਿ ਤੁਸੀਂ ਤਾਂ ਜੀ ਲਵ ਅਫੇਅਰ ਵਾਸਤੇ ਇੱਥੇ ਆਏ। ਉਹ ਕਹਿੰਦੇ ਰਹੇ ਕਿ ਪੇਪਰ ਦੇਣ ਆਏ ਸਾਂ, ਸਕੇ ਭੈਣ ਭਰਾਵਾਂ, ਗੱਡੀ ਡੀਕਦੇ ਪਏ ਆ, ਰੇਲਵੇ ਸਟੇਸ਼ਨ ਤੇ ਬਹਿਣ ਦੇ ਬਜਾਏ ਪਾਰਕ ਵਿੱਚ ਆ ਗਏ ਆ। ਨਹੀਂ ਮੰਨੇ, ਥਾਣੇ ਲੈ ਗਏ। ਇੱਕ ਹੋਰ ਥਾਂ ਦੇ ਉੱਤੇ ਇੱਕ ਪਤੀ ਪਤਨੀ ਨੂੰ ਕੁੱਟਿਆ ਗਿਆ ਕਿ ਤੁਸੀਂ ਵੈਲੈਂਟਾਈਨ ਮਨਾਉਣ ਵਾਸਤੇ ਆਏ ਆ। ਥਾਣੇ ਲੈ ਗਏ, ਪਾਰਕ ਵਿੱਚ ਉਹਨਾਂ ਤੋਂ ਮਾਫੀ ਮੰਗਾਈ ਗਈ ਕਿ ਇਹ ਗਲਤੀ ਕੀਤੀ ਹੈ। ਥਾਣੇ ਜਾ ਕੇ ਉਹਨਾਂ ਆਖਿਆ ਜੀ ਸਾਡੇ ਤੋਂ ਧੱਕੇ ਨਾਲ ਮਾਫੀ ਮੰਗਾਉਣ ਦੇ, ਅਸੀਂ ਤਾਂ ਸਕੇ ਪਤੀ ਪਤਨੀ ਹੈ, ਕਿ ਹੁਣ ਇਹ ਧਮੱਚੜ ਜਿਹੜਾ ਉਹ ਵਿਆਹ ਕਰੇਗਾ। ਜਿਹੜਾ ਇਸ ਤਰ੍ਹਾਂ ਦਾ ਧਮੱਚੜ ਹੈ, ਉਹਦੇ ਵਾਸਤੇ ਆ ਲਵ ਜਹਾਜ਼ ਦੇ ਨਾਂ ਦੇ ਉੱਤੇ ਜਿਹੜੀਆਂ ਪਾਬੰਦੀਆਂ ਲਾਉਂਦੇ ਪਏ ਨੇ, ਇਹ ਪਾਬੰਦੀਆਂ ਦੇਸ਼ ਨੂੰ ਗਲਤ ਪਾਸੇ ਨੂੰ ਲਿਜਾਣਗੀਆਂ। ਇਸ ਪਾਸੇ ਨੂੰ ਨਹੀਂ ਜਾਣਾ ਚਾਹੀਦਾ। ਭਾਰਤ ਨੂੰ ਭਾਰਤ ਰਹਿਣ ਦੇਣਾ ਚਾਹੀਦਾ। ਇਹ ਜਿਸ ਤਰ੍ਹਾਂ ਦਾ ਹੁਣ ਤੱਕ ਸੈਕੂਲਰ ਸਟਰਕਚਰ ਹੈ, ਜਿੱਦਾਂ ਦੀ ਇਹ ਧਰਮ ਨਿਰਪੱਖਤਾ ਕੁਝ ਹੱਦ ਤੱਕ ਰਹਿਣ ਦੇਣੀ ਚਾਹੀਦੀ ਹੈ ਜੀ। ਹਰ ਇੱਕ ਗੱਲ ਦੇ ਉੱਤੇ ਆਪਣੀ ਜਿਹੜੀ ਧਾਰਮਿਕ ਭਾਵਨਾ, ਉਹਦੀ ਚਾਸ਼ਨੀ ਨਹੀਂ ਚੜ੍ਹਨੀ ਚਾਹੀਦੀ। ਨਹੀਂ, ਪਰ ਇਹ ਜਿਹੜੀ ਚੀਜ਼ ਹੈ ਪਨੂ ਸਾਹਿਬ, ਇਹ ਲੱਗਦਾ ਕਿ ਸ਼ਾਇਦ ਕਿਉਂਕਿ ਇਹਦੇ 'ਚੋਂ ਸਿਆਸੀ ਵੋਟਾਂ ਨਿਕਲਦੀਆਂ, ਇਸ ਕਰਕੇ ਇੱਧਰ ਨੂੰ ਤੁਰਦੇ ਆ। ਹੁਣ ਇੱਕ ਮੁੰਬਈ ਦਾ ਮਾਮਲਾ ਵੀ, ਉੱਥੇ ਇੱਕ ਦੁਕਾਨ ਹੈ ਬੜੀ ਪੁਰਾਣੀ, ਕਿਉਂਕਿ ਉਹਨਾਂ ਦੇ ਪੁਰਖੇ ਕਰਾਚੀ ਤੋਂ ਆਏ ਸੀ, ਕਰਾਚੀ ਸਵੀਟਸ ਕਰਕੇ। ਅੱਗੇ ਇੱਕ ਦਿਨ ਇੱਕ ਵੀਡੀਓ ਵਾਇਰਲ ਹੁੰਦੀ ਹੈ ਵੀ ਕੋਈ ਸ਼ਿਵ ਸੈਨਾ ਦਾ ਬੰਦਾ ਸ਼ਾਇਦ ਉਹਨੂੰ ਕਹਿ ਰਿਹਾ ਵੀ ਤੂੰ ਇਹਦਾ ਨਾਮ ਬਦਲ ਲੈ, ਕਿਉਂਕਿ ਕਰਾਚੀ ਤੋਂ ਆਏ ਸੀ ਬਜ਼ੁਰਗ ਤੇਰੇ, ਪਰ ਹੁਣ ਤੂੰ ਮੁੰਬਈ 'ਚ ਰਹਿਣਾ। ਹੁਣ ਸ਼ਾਇਦ ਬੀਜੇਪੀ ਦੇ ਜਿਹੜੇ ਐਕਸ CM ਸਾਹਿਬ ਹੈ ਫੜਨਵੀਸ ਹੋਰੀ, ਉਹਨਾਂ ਵੀ ਮੁੱਦਾ ਚੱਕ ਲਿਆ ਵੀ ਇਹਨੂੰ ਇਹ ਨਾਮ ਬਦਲਣਾ ਪੈਣਾ। ਇੱਥੋਂ ਤੱਕ ਵੀ ਆ ਗਿਆ ਵੀ ਜੇ ਕਿਸੇ ਨੇ ਦੁਕਾਨ ਦਾ ਨਾਂ ਰੱਖਣਾ ਤੇ ਉਹ ਵੀ ਉਹਦੇ ਤੇ ਵੀ ਇਤਰਾਜ਼ ਹੈ। ਪਾਕਿਸਤਾਨ ਦੀ ਰਾਜਧਾਨੀ ਕੀ ਆ? ਇਸਲਾਮਾਬਾਦ ਹੈ ਨਾ ਜੀ। ਇੱਥੇ ਸਾਡੇ ਭਾਰਤ ਦੇ ਵਿੱਚ ਅੰਮ੍ਰਿਤਸਰ 'ਚ ਵੀ ਜੀ ਕਈਆਂ ਥਾਵਾਂ ਤੇ ਮਹੱਲਿਆਂ ਦਾ ਨਾਂ ਇਸਲਾਮਾਬਾਦ ਹੈ, ਉਹਨਾਂ ਦੀ ਰਾਜਧਾਨੀ ਹੈ। ਸਾਡੇ ਮਹੱਲਿਆਂ ਦਾ ਨਾਂ ਇਸਲਾਮਾਬਾਦ ਹੈ, ਉਹਨਾਂ ਸਾਰੇ ਮਹੱਲਿਆਂ ਦੇ ਨਾਂ ਬਦਲ ਦਿਓਗੇ। ਉਹਨਾਂ ਦੇ ਪਾਕਿਸਤਾਨੀ ਪੰਜਾਬ ਦੀ ਰਾਜਧਾਨੀ ਲਾਹੌਰ ਆ ਜੀ। ਸਾਡੇ ਅਟਾਰੀ ਬਾਰਡਰ ਨੂੰ ਜਾਈਏ ਤੇ ਅੰਮ੍ਰਿਤਸਰ ਤੋਂ ਘਰਿੰਡਾ ਲੰਘ ਕੇ, ਘਰਿੰਡਾ ਲੰਘਣ ਤੋਂ ਪਹਿਲਾਂ, ਥਾਣੇ ਤੋਂ ਪਹਿਲਾਂ ਹੀ ਖੱਬੇ ਪਾਸੇ ਇੱਕ ਪਿੰਡ ਆਉਂਦਾ ਲੋਰੀ ਮੱਲ, ਉਹ ਲੋਰੀ ਮੱਲ ਦਾ ਨਾਂ ਬਦਲ ਦਿਓ ਜੀ। ਸਾਡੇ ਪੰਜਾਬ 'ਚ ਘੱਟੋ ਘੱਟ 10,000 ਲੋਕ ਇਹੋ ਜਿਹੇ ਆ ਜਿਨ੍ਹਾਂ ਦਾ ਨਾਮ ਪਸ਼ਾਵਰ ਸਿੰਘ ਹੈ, ਲਿਖਦੇ ਪਸ਼ੌਰ ਸਿੰਘ ਹੈ, ਕਿਉਂਕਿ ਪਸ਼ਾਵਰ ਨੂੰ ਪਸ਼ੌਰ ਬੋਲਦੇ ਆ ਜੀ। ਮੁਲਤਾਨ ਸਿੰਘ ਵੀ ਇੱਥੇ ਹੈਗੇ ਆ। ਕੀ ਕਰੋਗੇ ਉਹਨਾਂ ਦਾ? ਉਹਨਾਂ ਨਾਂ ਬਦਲ ਦਿਓਗੇ। ਹੈਦਰਾਬਾਦ ਉਹਨਾਂ ਕੋਲ ਵੀ ਹੈਗਾ, ਹੈਦਰਾਬਾਦ ਸਾਡੇ ਕੋਲ ਵੀ ਹੈਗਾ, ਸਾਡੇ ਹੈਦਰਾਬਾਦ ਦਾ ਨਾਂ ਬਦਲ ਦਿਓਗੇ। ਜਲਾਲਾਬਾਦ ਅਫਗਾਨਿਸਤਾਨ ਦੇ ਵਿੱਚ ਵੀ ਹੈ ਔਰ ਬਹੁਤ ਵੱਡਾ ਸ਼ਹਿਰ ਹੈ ਜੀ। ਅਫਗਾਨਿਸਤਾਨ ਦੇਸ਼ ਦਾ ਤੀਸਰਾ ਵੱਡਾ ਸ਼ਹਿਰ ਹੈ। ਸਾਡੇ ਕੋਲ ਇਕੱਲੇ ਫਿਰੋਜ਼ਪੁਰ ਦੇ ਵਿੱਚ ਹੀ 2 ਜਲਾਲਾਬਾਦ ਨੇ, ਹੁਣ ਤਾਂ ਖੈਰ ਵੰਡੇ ਗਏ ਨੇ। ਇੱਕ ਜਲਾਲਾਬਾਦ ਫਿਰੋਜ਼ਪੁਰ 'ਚ ਆ, ਦੂਸਰਾ ਮੋਗੇ ਜ਼ਿਲ੍ਹੇ 'ਚ ਆ ਗਿਆ ਜੀ। ਜਿਹੜਾ ਫਾਜ਼ਿਲਕਾ 'ਚ ਰਹਿ ਗਿਆ, ਉਹ ਵੀ ਫਾਜ਼ਿਲਕਾ ਚਲਾ ਗਿਆ, ਫਿਰੋਜ਼ਪੁਰ ਵਿਚਾਲੇ ਰਹਿ ਗਿਆ।
ਪਰ ਪਹਿਲਾਂ ਕੋਈ ਵਕਤ ਸੀ ਜਦੋਂ ਧਰਮਕੋਟ ਤੱਕ ਸਾਰਾ ਇਹ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ, ਫਾਜ਼ਿਲਕਾ ਤੱਕ ਵੀ ਜੀ ਉਦੋਂ ਇਕੱਲੇ ਫਿਰੋਜ਼ਪੁਰ 'ਚ ਇੱਕ ਜਲਾਲਾਬਾਦ ਪੱਛਮੀ, ਇੱਕ ਜਲਾਲਾਬਾਦ ਪੂਰਬੀ ਹੁੰਦਾ ਸੀ। ਅੰਮ੍ਰਿਤਸਰ 'ਚ ਜਲਾਲਾਬਾਦ, ਜੀ ਇੱਥੇ ਕਿੰਨੇ ਸਾਰੇ ਨੇ। ਆਹ ਜਿਹੜਾ ਫਤਿਹ ਆਬਾਦ ਇਹ ਮੁਸਲਮਾਨੀ ਨਾਂ ਹੈ, ਫਿਰ ਵੀ ਬਦਲ ਦਿਓ। ਮੁਗਲ ਸਰਾਏ ਦਾ ਬਦਲ ਕੇ ਕਰ ਦਿੱਤਾ ਦੀਨ ਦਿਆਲ ਉਪਾਧਿਆਏ ਨਗਰ। ਇਹ ਰਾਹੀ ਮਾਸੂਮ ਰਜਾ ਬਹੁਤ ਵਧੀਆ ਰਾਈਟਰ ਸੀ ਜੀ। ਉਹਨੇ 1947 ਦੇ ਉਸ ਵੰਡ ਦੇ ਉੱਤੇ ਇੱਕ ਨਾਵਲ ਲਿਖਿਆ ਸੀ ਆਧਾ ਗਾਉਂ। ਉਹਦੇ ਵਿੱਚ ਇਹ ਸੀ ਦੇਸ਼ ਦੀ ਵੰਡ ਤੋਂ ਬਾਅਦ ਇੱਕੋ ਜਿਹੀ ਕਿਸਮ ਦੇ ਲੋਕ ਇਕੱਠੇ ਹੋ ਗਏ। ਉਹ ਫਿਰ ਇਹਦਾ ਨਾਮ ਹੀ ਬਦਲ ਕੇ ਕਰ ਦਿਓ, ਇਹਦਾ ਨਾਮ ਹੀ ਬਦਲ ਕੇ ਕਰ ਦਿਓ। ਜਿੰਨੇ ਮੁਸਲਮਾਨੀ ਨਾਂ ਸੀ ਉਹਨਾਂ ਸਾਰੀਆਂ ਸੰਸਥਾਵਾਂ ਦੇ ਨਾਂ ਬਦਲ ਕੇ ਤੇ ਹਿੰਦੂ ਨਾਂ ਕਰੀ ਜਾਣ। ਤੇ ਇੱਕ ਜਣਾ ਵਿੱਚੋਂ ਕਹਿੰਦਾ ਕਿ ਉਹ ਹਮਾਯੂੰ ਦਾ ਮਕਬਰਾ, ਉਹਦੇ ਉੱਤੇ ਵੀ ਆਪਾਂ ਕਿਸੇ ਸੰਤ ਦੀ ਸਮਾਧੀ ਲਿਖ ਦਈਏ, ਵਿੱਚ ਭਾਵੇਂ ਹਮਾਯੂੰ ਦੀ ਲਾਸ਼ ਪਈ ਹੋਵੇ, ਉਹਦਾ ਨਾਮ ਹੀ ਆਪਾਂ ਬਦਲ ਦਈਏ। ਜੀ ਕਿੱਦਾਂ ਬਦਲ ਦਿਓ? ਇਲਾਹਾਬਾਦ ਨੂੰ ਪ੍ਰਯਾਗਰਾਜ ਕਰ ਦਿਓ। ਇੱਥੇ ਬਹੁਤ ਸਾਰੇ ਨੇ ਜੀ। ਆ ਲੁਧਿਆਣਾ ਲੋਧੀਆਣਾ ਇਬਰਾਹਿਮ ਲੋਧੀ ਤੋਂ ਬਣਿਆ, ਜੀ ਉਹਦਾ ਵੀ ਬਦਲ ਦਿਓ। ਆ ਨੂਰ ਮਹਿਲ ਨੂਰ ਜਹਾਂ ਤੋਂ ਬਣਿਆ। ਜੀ ਇਹ ਤਾਂ ਕਿੰਨੇ ਨੇ, ਕੀ ਇਹਨਾਂ ਸਾਰਿਆਂ ਨੂੰ ਤੁਸੀਂ ਬਦਲ ਦਿਓਗੇ? ਇਹ ਪੋਚਾ ਮਾਰਦਿਆਂ ਕਿੱਥੋਂ ਕੁ ਤੱਕ ਜਾਵਾਂਗੇ? ਕੋਈ ਹੱਦ ਹੈਗੀ ਹੈ ਕਿ ਨਹੀਂ ਹੈਗੀ? ਇਹ ਜਿਹੜੇ ਮਾਨਸਿਕਤਾ, ਇਹ ਮਾਨਸਿਕਤਾ ਛੱਡਣੀ ਚਾਹੀਦੀ ਆ। ਉੱਥੇ ਉਹਨਾਂ ਦੀ ਪਾਕਿਸਤਾਨ 'ਚ ਰੋਜ਼ ਸੁਣਦੇ ਨਾ ਕੋਟ ਲਖਪਤ ਜੇਲ੍ਹ। ਜੀ ਲਖਪਤ ਮੁਸਲਮਾਨ ਤਾਂ ਨਹੀਂ ਸੀ। ਇਹ ਜਿਹੜੇ ਇਸ ਤਰ੍ਹਾਂ ਦੇ ਕੁਝ ਲੋਕ ਨੇ ਸਾਡੇ ਇੱਥੇ ਲਖਪਤ ਰਾਏ ਹੁੰਦੇ ਨੇ, ਇੱਦਾਂ ਦੇ ਬਹੁਤ ਕੁਝ ਨਾਂ ਉੱਧਰ ਵੀ ਨੇ, ਅਜੇ ਤੱਕ ਚੱਲੀ ਜਾਂਦੇ ਆ, ਉਹਨਾਂ ਤੇ ਬਦਲੇ ਨਹੀਂ। ਜੀ ਤੇ ਇਹ ਅਸੀਂ ਇੱਥੇ ਇੱਕ ਮੁਹਿੰਮ ਚਲਾ ਦਈਏ, ਨਾਂ ਹੀ ਬਦਲ ਦੇਣੇ ਆ, ਬਦਲਣੇ ਸ਼ੁਰੂ ਕਰ ਦਿਓ। ਫਿਰ ਹਿੰਦੁਸਤਾਨ ਦਾ ਨਾਂ, ਹਿੰਦੁਸਤਾਨ ਵੀ ਮੁਗਲਾਂ ਨੇ ਆ ਕੇ ਰੱਖਿਆ ਸੀ। ਉਹਨਾਂ ਕੋਲ ਹੁੰਦੇ ਸੀ ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਕਜ਼ਾਕਿਸਤਾਨ, ਅਫਗਾਨਿਸਤਾਨ, ਸਤਾਨਿਸਤਾਨ, ਬਲੋਚਿਸਤਾਨ। ਆਉਂਦਿਆਂ ਸਿੰਧ ਤੋਂ ਅਗਲੇ ਪਾਸੇ ਜਿਹੜੇ ਸਿੰਧੂ ਸੀ ਉਹਨਾਂ ਦੇ ਨਾਂ ਤੇ ਸਿੰਧੂਸਤਾਨ, ਹਿੰਦੁਸਤਾਨ ਬਣਾਤਾ ਸੀ ਉਹਨਾਂ ਨੇ। ਫਿਰ ਹਿੰਦੁਸਤਾਨ ਦਾ ਨਾਮ ਬਦਲਦਾ। ਇਹ ਕੀ ਕਰੀ ਜਾਂਦੇ ਨੇ? ਇਹ ਸਾਰਾ ਕੁਝ ਗਲਤ ਕੀਤਾ ਜਾ ਰਿਹਾ। ਇਸ ਮਾਨਸਿਕਤਾ ਨੂੰ ਕਿਤੇ ਨਾ ਕਿਤੇ ਬ੍ਰੇਕ ਲਾਉਣੀ ਚਾਹੀਦੀ ਹੈ। ਜੀ ਬਸ ਤੁਸੀਂ ਆਏ, ਸਮਾਂ ਕੱਢਿਆ ਜੀ, ਬਹੁਤ ਧੰਨਵਾਦ। ਇਸ ਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਆਸ ਕਰਦੇ ਹਾਂ ਤੁਸੀਂ ਆਪਣੇ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।